ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਗਨ ਕੇ ਨਾਸਕ ਬਿਗਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ। ਸ੍ਰੀ ਸਤਿਗੁਰੂ ਸੰਧਿਆ ਭਏ, ਉੱਠੇ ਸਭਾ ਤੇ ਆਏ। ਤੰਬੂ ਬਿਖੈ ਪ੍ਰਿਅੰਕ ਪਰ, ਬੈਠੇ ਆਨੰਦ ਉਪਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਸ੍ਰੀ ਸਤਿਗੁਰੂ ਸੰਧਿਆ ਭਏ, ਉੱਠੇ ਸਭਾ ਤੇ ਆਏ। ਤੰਬੂ ਬਿਖੈ ਪ੍ਰਿਅੰਗ ਪਰ, ਬੈਠੇ ਆਨੰਦ ਉਪਾਏ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 57 ਸ਼ੁਰੂ ਕਰਦਿਆਂ ਹੋਏ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਸਤਿਗੁਰੂ ਜੀ ਮਹਿਰਾਤ ਜੰਗ ਵਾਲੀ ਥਾਂ ਤੋਂ ਚੱਲ ਕੇ ਨਿਥਾਣੇ ਪਿੰਡ ਆਏ ਨੇ ਕਿ ਜਿੱਥੇ ਇੱਕ ਕਾਲੂ ਨਾਥ ਮਿਲਿਆ ਔਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਇਸ ਨਾਥ ਦੀ ਸੇਵਾ ਤੋਂ ਖੁਸ਼ ਹੋ ਕੇ ਬਚਨ ਕੀਤੇ ਕਿ ਕਾਲੂ ਨਾਥ ਤੂੰ ਇਕੱਲਾ ਨਾਥ ਨਹੀਂ, ਨਾਥਾਂ ਦਾ ਨਾਥ ਹੋਵੇਂਗਾ। ਔਰ ਸਤਿਗੁਰੂ ਜੀ ਦੇ ਕਿਰਪਾ ਕੀਤੀ, ਕਾਲੂ ਨਾਥ ਦੇ ਨਾਲ ਇੱਕ ਬਾਲਕ ਸੀ ਜਿਹੜਾ ਦੁੱਧ ਚੁੱਕ ਕੇ ਲਿਆਇਆ। ਸਤਿਗੁਰੂ ਜੀ ਨੇ ਦੁੱਧ ਦਾ ਚੂਲਾ ਪਿਆਇਆ ਔਰ ਬਰਕਤਾਂ ਰਿੱਧੀਆਂ ਸਿੱਧੀਆਂ ਉਸ ਬਾਲਕ ਨੂੰ ਬਖਸ਼ ਦਿੱਤੀਆਂ। ਔਰ ਕਾਲੂ ਨਾਥ ਨੂੰ ਜਦੋਂ ਬਰਦਾਸ਼ਤ ਨਹੀਂ ਹੋਇਆ ਕਿ ਇਹਨੇ ਹਜੇ ਸੇਵਾ ਨਹੀਂ ਕੀਤੀ, ਛੋਟਾ ਬੱਚਾ ਹੈ, ਇਹ ਹੱਕਦਾਰ ਨਹੀਂ, ਤਾਕਤਾਂ ਨਹੀਂ ਮਿਲਣੀਆਂ ਚਾਹੀਦੀਆਂ। ਸਿਰ ਦੇ ਉੱਤੇ ਹੱਥ ਰੱਖਿਆ, ਸਾਰੀਆਂ ਤਾਕਤਾਂ ਖਿੱਚ ਲਈਆਂ। ਔਰ ਇੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਸੇਧ ਵੀ ਦਿੱਤੀ ਹੈ ਕਿ ਭਾਈ ਜਦੋਂ ਰੱਬ ਪਰਮੇਸ਼ਰ ਕਿਸੇ ਨੂੰ ਦਿੰਦਾ ਹੈ ਨਾ, ਤੇ ਕਿਸੇ ਨੂੰ ਵੇਖ ਕੇ ਸੜਨਾ, ਭਾਵ ਕਿ ਰੱਬ ਦੀਆਂ ਦਾਤਾਂ ਤੋਂ ਤੂੰ ਸੜਦਾ ਹੈ। ਰੱਬ ਦੀਆਂ ਦਿੱਤੀਆਂ ਹੋਈਆਂ ਤੋਂ ਸੜੀ ਜਿੰਨਾ ਮਰਜ਼ੀ ਜਾ, ਔਰ ਜਦੋਂ ਰੱਬ ਦੇਣ 'ਤੇ ਆਵੇ ਫਿਰ ਕੋਈ ਰੋਕ ਨਹੀਂ ਸਕਦਾ। ਸਤਿਗੁਰੂ ਜੀ ਨੇ ਬਚਨ ਕੀਤੇ, ਕਾਲੂ ਨਾਥ ਜਾ। ਫਿਰ ਅਸੀਂ ਵੀ ਬਚਨ ਕਰਨੇ ਕਿ ਜਿਵੇਂ ਦੇ ਪਹਿਲੋਂ ਸੀ ਉਵੇਂ ਦੀ ਹੋ ਜਾਓ। ਸਾਰੀਆਂ ਤਾਕਤਾਂ ਨਹੀਂ ਖੋਈਆਂ, ਪਰ ਜਿਹੜੀਆਂ ਦਿੱਤੀਆਂ ਸਨ ਉਹ ਵਾਪਸ ਲਈਆਂ। ਔਰ ਦੋਵਾਂ ਨੂੰ ਬਚਨ ਕੀਤੇ, ਬੱਚੇ ਨੂੰ ਵੀ ਕਾਲੂ ਨਾਥ ਨੂੰ ਵੀ, ਜਿਵੇਂ ਦੇ ਪਹਿਲੋਂ ਸੋ ਉਵੇਂ ਦੇ ਹੋ ਜਾਓ। ਨਹੀਂ, ਇੱਕੋ ਬਚਨ ਦੇ ਵਿੱਚ ਬੱਚੇ ਕੋਲੋਂ ਤਾਕਤਾਂ ਫਿਰ ਆ ਗਈਆਂ, ਕਾਲੂ ਨਾਥ ਦੇ ਕੋਲੋਂ ਉਹ ਫਿਰ ਵਾਪਸ ਚਲੀਆਂ ਗਈਆਂ ਕਿ ਜਿਹੜੀਆਂ ਸਨ ਉਹ ਹੀ ਰਹਿ ਗਈਆਂ। ਇੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਸ ਦੀਵਾਨ ਸ਼ਾਮ ਦਾ ਜਿਹੜਾ ਸੀ ਉਹ ਸਮਾਪਤ ਹੋਇਆ। ਸੂਦਰ ਦੀ ਬਾਣੀ ਦੇ ਭੋਗ ਪਾਏ ਗਏ। ਸਤਿਗੁਰੂ ਜੀ ਪਲੰਗ 'ਤੇ ਜਾ ਕੇ ਬਿਰਾਜਮਾਨ ਹੋਏ ਨੇ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਖਾਣ ਪਾਣ ਕਰ ਜਾਮਨੇ, ਸੁਖ ਤੇ ਪਰਸੋਏ। ਸਮਾਪਤੀ ਤੋਂ ਬਾਅਦ ਕੁਝ ਲੰਗਰ ਪਾਣੀ ਛਕਿਆ, ਸੁੱਖ ਦੇ ਨਾਲ ਰਾਤ ਸੌਂ ਕੇ ਬਤੀਤ ਕੀਤੀ। ਭਾਈ ਪੌਰ ਜਾਗੇ ਪ੍ਰਭੂ ਸਵਦਾਨੇ ਹੋਏ। ਨਿੱਤ ਦੀ ਤਰ੍ਹਾਂ ਪਹਿਰ ਰਾਤ ਰਹਿੰਦੇ ਗੁਰੂ ਸਾਹਿਬ ਜੀ ਜਾਗੇ ਨੇ, ਸੁਚੇਤ ਹੋਏ ਨੇ। ਸੋਚ ਇਸ਼ਨਾਨੇ ਠਾਨ ਕਾਰਜ ਭਇਓ ਪ੍ਰਕਾਸ਼ਾ। ਸੋਚ ਇਸ਼ਨਾਨ ਕਰ ਲਿਆ, ਜਦੋਂ ਆਪਣੇ ਨੇਮ ਨੂੰ ਨਿਭਾਇਆ, ਦਿਨ ਤਾਂ ਚੜਾ ਜਦੋਂ ਚੜ੍ਹਿਆ। ਹੇਤ ਅਰੂੜਨ ਕੇ ਤੁਰੰਗ ਅਨਵਾਇਓ ਪਾਸਾ।
क्योंकि रात गुरु साहिब जी ने इत्थे नथाणे पिंड के बार-बार ही डेरा किया सी। अगे गुरु साहिब जी ने इत्थों कूच करने वास्ते हुक्म किया कि भाई साडा घोड़ा लैके आओ, जान भाई नूं लैके आओ। जोध सहित जोधा सगन कर करने च तैयारी। भाई राय जोध सहित होर जोधिया ने आपो अपनी सब ने तैयारी की। जीन पवंगम पाए कर ठानी सवारी। सब ने घोड़ियां ते काठियां पाइयां, सब सवार हुए ने। सतगुरु जी घोड़े ते सवार हो गए। धुंदब बाजत शब्द बड सतगुरु चढ़ चाले। हुण चलण दा कूच दा नगारा वज्या। नगारा वजदे गुरु साहिब जी घोड़े ते चढ़ के अगे नूं चल पे। करते बिरत अखेर को हन मृगण विसाले। राह विच मौज विच आउंदे ने, शिकार खिड़दे जांदे ने। करत बतक बहु जोध मुख हास बिलासे। राय जोध सतगुरु जी दे नाल ने। भाई राय जोध दे नाल गुरु साहिब जी हास विलास बचन विलास करते हुए जा रहे हैं। कांगड़ पुड़ प्राप्त भये उतरे तिस पासे। और राय जोध ने बेनती की सी सतगुरु जी कुछ दिन हुण कांगड़ साडे नगर दे विच रहो। बचन विलास करदे चलदे होए कांगड़पुर पहुँच गए। आवत भयो प्रियंक बार तत्काल डसायो। और गुरु के सिख सतगुरु जी का पलंग नाल रखते सन। उस वेले सतगुरु जी का पलंग डाह दिता गया। श्री सतगुरु बैठे तबे मुख ते फरमायो। पलंग दे उत्ते सतगुरु जी चौंकड़ा मार के बैठे नाले बचन कीते। जोध शाह गमनो सदन विश्राम करीजै। सतगुरु कहते ने राय जोध कि बड़े दिन हो गए ने, जंग भी हुई साडे नाल ना रहे, हुण अपने घर जाओ, महलों में जाके तुसीं आराम करो। मिलो सगल परिवार सो सुख ले सुख दीजा। अपने परिवार नूं जाके मिलो, सुख संद सुनाओ, सुख संद लवो। आए समाने गयो घर आए तिस दारा। राय जोध ने सत बचन करके गुरु साहिब की आग्ञा मन्नी कर गया। जांदिया अगों राय जोध की राणी उनके घर वाली आई है। लगे कावगण तन बिकै पत सूर निहारा। और राणी ने देखा कि राजे दे राय जोध के जख्म लगे हुए ने, किते पट्टियां भी बजियां हुई ने। जख्म लगे हो के वेख के राणी घबराई नहीं। ये समझ गई कि मेरा पति जेड़ा कला राजा ही नहीं, ये जोधा भी है, कला ना ही राय जोध नहीं, ये जोधा भी सूरमा भी है। जान्यो भयो सहाय गुर एत करण घाला। वेखदे नाल क्योंकि जख्म वेख के पता लग ही जाता है कि गुरु साहिब जी सहायक होए। राय जोध ने भी जंग में हिस्सा लिया। गुरु साहिब जी राय जोध ते मेरे पति के सहायक होए। जियत पिख्यो निज कंत को बल करे विशाला। अपने पति नूं जिउंदा वेख्या है, क्योंकि देखो 35,000 फौज आउंदी दा पता तो लग गया सी, ते सामने 4,000 से। राणी ने फिर भी दलेरी दे के भेजिया सी। जिउंदे नूं वेख के घबराए नहीं, सगों होर बल दे नाल बल जोधे नूं दिता ते आप भी बल दे नाल वजन करदी राणी। तब बुझो सब कहत भा गुर समनह दूजा। जदों राणी ने राय जोध नूं जंग दे बारे पुछया कि गुरु साहिब जी दे नाल रहे तुसीं की अनुभव कीता, की देखिया, ते राय जोध राणी नूं कहंदा कि की गुरु बारे की दस सकना। बस इन्ना कह सकना कि सगल कला समरथ बले सगरे जग पूजा। पूरे संसार विच कि तिन्नां लोकां विच इन्हां वर्गा कोई नहीं। ये सर्व कला दे नाल समरथ ने। सारे संसार च इन्हां दी पूजा हुंदी भी तां ही है। चाहे जथा ठाने तथा माने सुरयाना। राय जोध खुश हो के हुण गुरु साहिब की महिमा सुणाउंदा अपने घर वाली कि लोग दुनिया के बंदे ते की चीज़ ने, जिहड़े देवते ने वो भी मेरे सतगुरु गुरु हरगोबिंद साहिब के हुक्म विच रहिंदे ने, हुक्म नूं मनदे ने। बड़े भाग हमरे भये मिल कीए सुख नाना।
ਰਾਏ ਜੋਤ ਕਹਿੰਦਾ ਕਿ ਸਾਡੇ ਤੇ ਵੱਡੇ ਭਾਗ ਨੇ ਕਿ ਐਸੇ ਸਤਿਗੁਰੂ ਜੀ ਦੇ ਨਾਲ ਰਹਿ ਕੇ ਕਈ ਤਰ੍ਹਾਂ ਦੇ ਸੁੱਖ ਮਾਣੇ ਨੇ। ਫਤਿਹ ਪਾਏ ਜਸ ਕੋਲੀਓ ਗਨ ਤੁਰਖਕ ਪਾਏ। ਉਹ ਰਾਏ ਜੋਤ ਦੱਸਦਾ ਕਿ ਸਤਿਗੁਰੂ ਜੀ ਨੇ ਜੰਗ ਦੇ ਵਿੱਚ ਫਤਿਹ ਕੀਤੀ ਹੈ। ਤੁਰਕ ਜਿਹੜੇ ਸੀ ਜਿੰਨੇ ਆਏ 35,000 ਦੇ ਕਰੀਬ ਉਹ ਸਾਰੇ ਖਪਾ ਦਿੱਤੇ। ਕੌਣ ਕਰੇ ਅਸ ਜੰਗ ਕੋ ਲਸ਼ਕਰ ਵੱਡੇ ਆਏ। ਰਾਏ ਜੋਤ ਕਹਿੰਦਾ ਹੈ ਕਿ 35,000 ਫੌਜ ਆਉਂਦੀ ਹੋਵੇ, ਸਾਹਮਣੇ 4,000 ਹੋਵੇ, ਤੇ ਕਦੇ ਹਿਸਾਬ ਲਾਵੋ ਕੋਈ ਜੰਗ ਕਰੇਗਾ? ਕੋਈ ਜੰਗ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਪਰ ਮੇਰੇ ਸਤਿਗੁਰੂ ਜੀ ਨੇ 4,000 ਸੂਰਬੀਰ ਯੋਧਿਆਂ ਦੇ ਨਾਲ ਇਕੱਲੀ ਜੰਗ ਕੀਤੀ ਹੋਈ ਨਹੀਂ, ਜੰਗ ਫਤਿਹ ਕੀਤੀ ਹੈ। ਤੁਰਕ ਹੁਤੇ ਬਹੁ ਅਦਕ ਹੈ ਹਮ ਭੱਟ ਬਹੁਤ ਥੋਰੇ। ਕਿਉਂਕਿ ਗਿਣਤੀ ਦੇ ਮੁਤਾਬਕ ਤੁਰਕ ਤੇ ਬਹੁਤ ਜ਼ਿਆਦਾ ਸਨ, ਸਾਡੇ ਤੋਂ 10 ਗੁਣਾ ਸਨ। ਸਾਡੇ ਕੋਲ ਸੂਰਮੇ ਥੋੜ੍ਹੇ ਜਿਹੇ। ਰਣ ਕਰ ਹਿਮ ਮਾਰੇ ਸਗਲ ਕਰ ਜੋਰ ਤਸ਼ੋਰੇ। ਕਿ ਰਣ ਕਰਕੇ ਜੰਗ ਕਰਕੇ ਸਾਰਿਆਂ ਨੂੰ ਮਾਰ ਮੁਕਾਇਆ। ਪਰ ਗੁਰੂ ਸਾਹਿਬ ਜੀ ਫਿਰ ਵੀ ਦਿਆਲੂ, ਜਿਨ੍ਹਾਂ ਨੇ ਹੱਥ ਜੋੜ ਦਿੱਤੇ, ਹੱਥ ਖੜੇ ਕਰ ਦਿੱਤੇ, ਹਥਿਆਰ ਸੁੱਟ ਦਿੱਤੇ, ਉਹਨਾਂ ਨੂੰ ਨਹੀਂ ਮਾਰਨ ਦਿੱਤਾ, ਮਾਰਨ ਦਾ ਹੁਕਮ ਹੀ ਨਹੀਂ ਦਿੱਤਾ, ਉਹਨਾਂ ਨੂੰ ਛੱਡਿਆ ਵੀ ਹੈ। ਇਤਿਆਦਕ ਪਤ ਕੇ ਸੁਣੀ ਮਨ ਆਨੰਦ ਉਪਾਈ। ਇਤਿਆਦਕ ਗੁਰੂ ਸਾਹਿਬ ਜੀ ਦੀ ਮਹਿਮਾ, ਜੰਗ ਦੀਆਂ ਗੱਲਾਂ ਬਾਤਾਂ ਆਪਣੇ ਪਤੀ ਤੋਂ ਸੁਣੀਆਂ। ਇਹ ਰਾਣੀ ਗੁਰੂ ਕੇ ਸਿੱਖ ਦੀ ਧੀ ਹੈ, ਇਹ ਬੜੀ ਆਨੰਦ ਵਿੱਚ ਬੜੀ ਖੁਸ਼ ਹੈ। ਬੁੱਝ ਤਨਕ ਅਕੋਰ ਲੈ ਸਤਿਗੁਰੂ ਟੇਕੇ ਆਈ। ਫਿਰ ਪੁੱਛਿਆ ਕਿ ਗੁਰੂ ਸਾਹਿਬ ਜੀ ਹੁਣ ਕਿੱਥੇ ਨੇ? ਰਾਏ ਜੋਤ ਕਹਿੰਦਾ ਕਿ ਨਾਲ ਹੀ ਆਏ ਨੇ, ਆਪਣੇ ਨਗਰ ਦੇ ਵਿੱਚ ਇੱਥੇ ਖੁੱਲ੍ਹੀ ਥਾਂ 'ਤੇ ਡੇਰਾ ਲਾਇਆ ਹੈ। ਰਾਏ ਜੋਤ ਤੋਂ ਆਗਿਆ ਲੈ ਕੇ ਕਿ ਮੈਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਉਣੇ ਨੇ। ਉਸੇ ਵੇਲੇ ਕੁਝ ਭੇਟਾਵਾਂ ਲਈਆਂ ਨੇ, ਗੁਰੂ ਸਾਹਿਬ ਦੇ ਚਰਨਾਂ ਵਿੱਚ ਆਈ। ਦੋਨੋਂ ਹੱਥਨ ਜੋਰ ਕਰ ਪਗ ਪਰ ਤਰ ਮਾਥਾ। ਰਾਣੀ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਰੱਖਿਆ, ਸਤਿਗੁਰੂ ਜੀ ਨੂੰ ਮੱਥਾ ਟੇਕਿਆ ਹੈ। ਦਰਸ਼ਨ ਤੇ ਹਰਖਤ ਭਏ ਸ਼ਰਧਾ ਉਰ ਸਾਥਾ। ਔਰ ਰਾਣੀ ਦੀ ਤੇ ਸ਼ਰਧਾ ਪਹਿਲੋਂ ਪੇਕੇ ਘਰ ਤੋਂ ਲੈ ਕੇ ਸੀ, ਕਿਉਂਕਿ ਸਿੱਖ ਦੀ ਧੀ ਸੀ। ਸ਼ਰਧਾ ਬੜੀ ਅੰਦਰ, ਸ਼ਰਧਾ ਦੇ ਨਾਲ ਮੱਥਾ ਟੇਕ ਕੇ ਬੜੀ ਪ੍ਰਸੰਨ, ਬੜੀ ਖੁਸ਼ ਹੋਈ। ਸਿੱਖ ਤਨੁਜਾ ਕੋ ਪ੍ਰੇਮ ਲਖ ਬਰ ਗੁਰੂ ਬਖਾਨਾ। ਕਿਉਂਕਿ ਸਿੱਖ ਦੀ ਧੀ ਸੀ, ਸ਼ਰਧਾ ਵਿੱਚ ਪਹਿਲੋਂ ਬੜੀ ਸੀ। ਇਸ ਸ਼ਰਧਾ ਨੂੰ, ਪ੍ਰੇਮ ਨੂੰ ਵੇਖ ਕੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ। ਰਹੋ ਸੁਹਾਗਣ ਲੋਕ ਜੁਗ ਭੋਗੋ ਸੁਖ ਨਾਨਾ। ਹੁਣ ਬਚਨ ਗੁਰੂ ਸਾਹਿਬ ਜੀ ਨੇ ਕੀਤੇ ਕਿ ਧੀਏ, ਦੋਵਾਂ ਲੋਕਾਂ ਦੇ ਵਿੱਚ, ਦੋ ਯੁੱਗ, ਦੋਵਾਂ ਯੁੱਗਾਂ ਦੇ ਵਿੱਚ ਤੂੰ ਸੁਹਾਗਣ ਰਹੇ। ਦੇਖੋ, ਲੋਕ ਦਿੰਦੇ ਨੇ ਅਸੀਸ ਕਿ ਤੂੰ ਸੁਹਾਗਣ ਰਹੋ, ਅਤੇ ਸੁਹਾਗਣ ਦਾ ਅਰਥ ਆਪ ਜੀ ਜਾਣਦੇ ਹੋ ਕਿ ਜਦੋਂ ਤੱਕ ਤੁਹਾਡੇ ਸਰੀਰ ਦੇ ਵਿੱਚ ਪ੍ਰਾਣ ਨੇ, ਤੁਹਾਡੇ ਹੁੰਦਿਆਂ ਹੋਇਆਂ ਪਤੀ ਛੱਡ ਕੇ ਜਾਏਗਾ ਨਹੀਂ। ਦੋਵਾਂ ਲੋਕਾਂ ਦੇ ਵਿੱਚ ਸੁਹਾਗਣ ਦਾ ਭਾਵ ਹੈ ਕਿ ਗੁਰੂ ਵਾਲੀ ਵੀ ਰਵੇਂਗੀ, ਪਰਮੇਸ਼ਰ ਵਾਲੀ ਵੀ ਰਵੇਂਗੀ, ਸ਼ਰਧਾ ਵੀ ਟਿਕੀ ਰਹਿਣੀ ਹੈ। ਅਤੇ ਜਦੋਂ ਤੱਕ ਸਰੀਰ ਦੇ ਵਿੱਚ ਸਵਾਸ ਨੇ, ਜਿਉਂਦਿਆਂ ਜੇ ਤੇਰਾ ਪਤੀ, ਇਹ ਦੁਨੀਆ ਦਾ ਜਿਹੜਾ ਸਰੀਰ ਕਰਕੇ ਪਤੀ ਹੈ, ਇਹ ਵੀ ਛੱਡ ਕੇ ਨਹੀਂ ਜਾਏਗਾ। ਗੁਰੂ ਨੇ ਤਾਂ ਛੱਡਣਾ ਹੀ ਨਹੀਂ। ਇਹ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਵੀ ਦੋਵਾਂ ਲੋਕਾਂ ਦੇ ਵਿੱਚ ਸੁਹਾਗਣ ਰਵੇ। ਸੰਕਟ ਨਾਨਾ ਭਾਂਤ ਕੋ ਤੁਮ ਤੇ ਹੋਏ ਨਾਸਾ। ਸਤਿਗੁਰੂ ਜੀ ਨੇ ਉੱਥੇ ਪਾਵਨ ਬਚਨ ਕਹੇ, ਕਹਿੰਦੇ ਗੁਰ ਸਿੱਖੇ ਮੋਹ ਮਨ ਰਹੇ ਪੂਰਵ ਹੋ ਉਰੇ ਆਸਾ। ਕਿ ਬੱਚੀਏ, ਤੁਹਾਡਾ ਮਨ ਸਿੱਖੀ ਦੇ ਵਿੱਚ ਇਸੇ ਤਰ੍ਹਾਂ ਸ਼ਰਧਾ ਵਿੱਚ ਰਹੇਗਾ, ਸਾਰੀਆਂ ਆਸ਼ਾਵਾਂ ਪੂਰੀਆਂ ਹੁੰਦੀਆਂ ਰਹਿਣਗੀਆਂ। ਸੰਕਟ ਨਾਨਾ ਭਾਂਤ ਕੇ ਤੁਮ ਤੇ ਹੋਏ ਨਾਸਾ। ਅਨੇਕਾਂ ਤਰ੍ਹਾਂ ਦੇ ਸੰਕਟ ਆਉਣਗੇ, ਪਰ ਸਿੱਖੀ 'ਤੇ ਭਰੋਸਾ ਕਰਕੇ ਉਹਨਾਂ ਸੰਕਟਾਂ ਦਾ ਨਾਸ਼ ਵੀ ਹੁੰਦਾ ਰਹਿਣਾ ਹੈ। ਗੁਰ ਪ੍ਰਸੰਨ ਜਾਣਤ ਭਏ ਮਮ ਕੰਤ ਰਿਝਾਏ। ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਪ੍ਰਸੰਨ ਹੋ ਕੇ ਬਚਨ ਕਰਦੇ ਆ। ਇਹ ਜਿਹੜੀ ਸਿੱਖ ਦੀ ਧੀ ਹੈ, ਇਹ ਗੱਲ ਤਾਂ ਸਮਝ ਗਈ ਕਿ ਸਤਿਗੁਰੂ ਜੀ ਮੇਰੇ ਪਤੀ ਤੋਂ ਬੜੇ ਖੁਸ਼ ਨੇ। ਔਰ ਪ੍ਰਮੋਦ ਕਹੋ ਪਾਏ ਕੈ ਸੁਭ ਦਰਸ਼ਨ ਪਾਏ। ਬੜੀ ਖੁਸ਼ ਹੋ ਕੇ ਇਹਨੇ ਸਤਿਗੁਰੂ ਦੇ ਦਰਸ਼ਨ ਕੀਤੇ। ਗੁਰੂ ਸਾਹਿਬ ਦੇ ਬਚਨ ਇਹਦੇ ਵਾਸਤੇ ਵਰ ਸਨ। ਪ੍ਰਭੂ ਜੀ ਹਮ ਸੇਵਕੇ ਹੈ ਤੁਮ ਕੋ ਰਖਵਾਰੇ। ਹੱਥ ਜੋੜ ਕੇ ਰਾਣੀ ਕਹਿੰਦੇ, ਸਤਿਗੁਰੂ ਜੀ ਅਸੀਂ ਤੇ ਤੁਹਾਡੇ ਸੇਵਕ ਹਾਂ,
ਤੁਸੀਂ ਤੇ ਸਾਡੇ ਇੱਥੇ ਵੀ ਰਾਖਿਓ ਤੇ ਅੱਗੇ ਵੀ ਰਾਖਿਓ। ਦੇਹੋ ਵਡਾਏ ਦਾਸ ਕੋ ਰਾਵਰ ਵਿਵਹਾਰੇ, ਆਪਣੇ ਸੇਵਕਾਂ ਨੂੰ ਤੇ ਤੁਸੀਂ ਵਡਿਆਈ ਦਿੰਦੇ ਹੋ। ਜੇ ਮੇਰਾ ਪਤੀ ਰਾਏ ਜੋਧ ਨਾਲ ਗਿਆ, ਗੁਰੂ ਕੇ ਸਿੱਖਾਂ ਨੇ ਜੰਗ ਜਿੱਤੀ, ਇਹ ਤੇ ਆਪ ਜੀ ਨੇ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਵਡਿਆਈ ਦਿੱਤੀ ਹੈ। ਕਿਉਂਕਿ ਕਰਨ ਕਾਰਨ ਸਮਰੱਥ ਹੋ, ਜਿਮ ਚਾਹੋ ਬਣਾਓ, ਸਭ ਕੁਛ ਕਰਨ ਤੇ ਸਭ ਕੁਛ ਕਰਾਉਣ ਦੇ ਆਪ ਹੀ ਤੁਸੀਂ ਸਮਰੱਥ ਹੋ। ਜਿਵੇਂ ਤੁਸੀਂ ਚਾਹੋ ਹੋਣਾ ਤੇ ਉਸੇ ਤਰ੍ਹਾਂ ਹੁੰਦਾ ਹੈ, ਪਰ ਤੁਸੀਂ ਆਪਣੇ ਸੇਵਕਾਂ ਨੂੰ ਇਹ ਮਾਣ ਵਡਿਆਈ ਬਖਸ਼ਦੇ ਹੋ, ਇਹ ਤੁਹਾਡਾ ਸੁਭਾਅ ਹੈ। ਚਰਨ ਕਮਲ ਚਿੱਤ ਮਹਿ ਬਸੇ, ਨਹਿ ਕਬੂ ਭੁਲਾਵੋ। ਉਹ ਰਾਣੀ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਜੀ ਬਸ ਇੰਨੀ ਕਿਰਪਾ ਕਰਿਓ, ਤੁਹਾਡੇ ਇਹ ਚਰਨ ਇਸੇ ਤਰ੍ਹਾਂ ਚਿੱਤ ਦੇ ਵਿੱਚ ਵਸੇ ਰਹਿਣ, ਬਸ ਕਦੇ ਭੁਲਾਇਓ ਨਾ, ਕਦੇ ਤੁਹਾਡੀ ਯਾਦ ਅੰਦਰੋਂ ਭੁੱਲੇ ਨਾ। ਪੁਨ ਪ੍ਰਣਾਮ ਕਰ ਧਾਮ ਕੋ ਡੇਰੇ ਚੜਿਆਈ। ਇਹਨੇ ਫਿਰ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਉੱਥੋਂ ਆਪਣੇ ਡੇਰੇ ਆਪਣੇ ਮਹੱਲ ਘਰ ਦੇ ਵਿੱਚ ਆ ਗਈ। ਨਿਸਕੇ ਸੇਵਾ ਸਗਲ ਹੈ ਸਭ ਬਿਦ ਪਹੁੰਚਾਈ। ਰਾਣੀ ਨੇ ਫਿਰ ਰਾਤ ਦੀ ਸਾਰੀ ਸੇਵਾ ਉੱਥੇ ਪਹੁੰਚਾਈ, ਜੋ ਕੁਛ ਰਾਤ ਨੂੰ ਚਾਹੀਦਾ ਸੀ। ਮਧੁਰ ਤੁਰਸ਼ ਖਟ ਰਸਨ ਕੋ ਬਹੁ ਪਠੇ ਆਹਾਰਾ। ਕਈ ਤਰ੍ਹਾਂ ਦੇ ਪਕਵਾਨ ਘਰ ਵਿੱਚ ਤਿਆਰ ਕਰਾਏ, ਕੋਈ ਖੱਟੇ, ਕੋਈ ਮਿੱਠੇ, ਕੋਈ ਰਸ ਮਿੱਠੇ, ਖੱਟ ਮਿੱਠੇ ਪਦਾਰਥ ਭੋਜਨ ਲੰਗਰ ਤਿਆਰ ਕਰਕੇ ਗੁਰੂ ਸਾਹਿਬ ਜੀ ਦੇ ਡੇਰੇ 'ਚ ਪਹੁੰਚਾਇਆ। ਹੈਣ ਹੇਤ ਤ੍ਰੇਣ ਹਰਤ ਗਾਨ ਪਹੁੰਚੇ ਤਬ ਭਾਰਾ। ਤੇ ਸੇਵਕਾਂ ਨੂੰ ਕਹਿ ਕੇ ਘੋੜਿਆਂ ਵਾਸਤੇ ਬਹੁਤ ਸਾਰਾ ਘਾਹ ਉੱਥੇ ਪਹੁੰਚਾਇਆ, ਬਹੁਤ ਸਾਰਾ ਦਾਣਾ ਸੀ ਜਿਹੜਾ ਘੋੜਿਆਂ ਦੇ ਵਾਸਤੇ ਉੱਥੇ ਪਹੁੰਚਾਇਆ ਗਿਆ। ਕਰਤ ਸਰਾਹਣ ਸਤਿਗੁਰੂ ਸੁਭ ਅਚੋ ਆਹਾਰੇ। ਔਰ ਜਦੋਂ ਲੰਗਰ ਛਕਾਇਆ ਗਿਆ, ਸਤਿਗੁਰੂ ਜੀ ਨਾਲੇ ਲੰਗਰ ਦੀ ਸਿਫਤ ਕਰਦੇ ਨੇ, ਕਿਉਂਕਿ ਰਾਣੀ ਨੇ ਆਪ ਨਾਲ ਲੱਗ ਕੇ ਬੜੇ ਪ੍ਰੇਮ ਨਾਲ ਬਣਾਇਆ। ਤੇ ਜਿਹੜਾ ਪ੍ਰੇਮ ਨਾਲ ਬਣਿਆ ਹੋਵੇ, ਇਹ ਫਿਰ ਇਤਿਹਾਸ ਵੀ ਗਵਾਹ ਹੈ, ਭਾਵੇਂ ਇਤਿਹਾਸ ਦੀਆਂ ਸਾਖੀ ਵੀ ਹੋਣ, ਕਿ ਫਿਰ ਭਾਵੇਂ ਸਾਗ ਦੇ ਵਿੱਚ ਲੂਣ ਵੀ ਨਾ ਹੋਵੇ, ਉਹਨੂੰ ਵੀ ਖੀਰ ਸਮਝ ਕੇ ਛਕੀ ਜਾਂਦੇ ਨੇ। ਇੱਥੇ ਤਾਂ ਫਿਰ 36 ਤਰ੍ਹਾਂ ਦੇ ਬਣਾਏ ਨੇ, ਬੜੇ ਸਵਾਦ ਨੇ। ਗੁਰੂ ਸਾਹਿਬ ਜੀ ਛਕਦੇ ਤੇ ਨਾਲੇ ਕਹਿੰਦੇ ਨੇ ਰਾਣੀ ਨੇ ਬੜੇ ਪ੍ਰੇਮ ਨਾਲ, ਬੜੇ ਸਵਾਦੀ ਇਹ ਜਿਹੜਾ ਲੰਗਰ ਤਿਆਰ ਕੀਤਾ ਹੈ। ਤ੍ਰਿਪਤੇ ਪਾਣੀ ਪਾਣਕਾਰ ਪੁਣ ਪਾਣ ਪਖਾਰੇ। ਸਤਿਗੁਰੂ ਜੀ ਨੇ ਪ੍ਰਸ਼ਾਦਾ ਰੱਜ ਕੇ ਛਕਿਆ, ਜਲ ਛਕਿਆ, ਫਿਰ ਹੱਥ ਧੋਤੇ। ਸੁਪਤ ਜਥਾ ਸੁਖ ਜਾਮਣੇ ਜਾਗੇ ਜਬ ਜਾਮੂ। ਸੁੱਖ ਦੇ ਨਾਲ ਇਹ ਰਾਤ ਕਾਂਗੜ ਨਗਰ ਦੇ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਨੇ ਬਤੀਤ ਕੀਤੀ। ਨਿੱਤ ਦੀ ਤਰ੍ਹਾਂ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਫਿਰ ਜਾਗੇ ਨੇ। ਸੋਜ ਇਸ਼ਨਾਨੇ ਠਾਣਕਾਰ ਬ੍ਰਿਤ ਆਤਮ ਰਾਮੂ। ਸੋਜ ਇਸ਼ਨਾਨ ਕੀਤਾ, ਆਪਣੇ ਧਿਆਨ ਨੂੰ ਟਿਕਾ ਕੇ ਨੇਮ ਨੂੰ ਨਿਭਾਇਆ ਹੈ। ਭਇਓ ਪ੍ਰਭਾਤ ਪ੍ਰਕਾਸ਼ ਤਬ ਸੁਭ ਬਸਤਰ ਸਜਾਏ। ਜਦੋਂ ਦਿਨ ਚੜ੍ਹਿਆ, ਦਿਨ ਦਾ ਚਾਨਣ ਹੋਇਆ, ਫਿਰ ਸਤਿਗੁਰੂ ਜੀ ਨੇ ਬਸਤਰ ਪਾਏ, ਸ਼ਸਤਰ ਸਜਾਏ। ਸ਼ਸਤਰ ਸਿਪਰ ਕੱਟ ਧਾਰ ਕੈ ਬੜ ਸਭਾ ਲਗਾਏ। ਸ਼ਸਤਰ ਬਸਤਰ ਸਜਾ ਕੇ ਫਿਰ ਗੁਰੂ ਸਾਹਿਬ ਜੀ ਬਾਹਰ ਆਏ ਨੇ। ਆਸਾ ਕੀ ਵਾਰ ਦਾ ਭੋਗ ਜੋ ਉਦੋਂ ਤੱਕ ਪੈ ਗਿਆ। ਸਤਿਗੁਰੂ ਜੀ ਫਿਰ ਵੱਡੀ ਸਭਾ ਲਗਾ ਕੇ ਬੈਠੇ। ਪੁਰ ਕੇ ਗ੍ਰਾਮਣ ਅਣਕ ਕੇ ਸੁਨ ਸੰਗਤ ਆਈ। ਕਾਂਗੜਪੁਰ ਦੀ ਸਾਰੀ ਸੰਗਤ ਆਈ। ਹੋਰ ਨੇੜੇ ਨੇੜੇ ਪਿੰਡਾਂ ਦੇ ਜਿਹੜੀ ਸੰਗਤ ਸੀ ਉਹਨੇ ਸੁਣਿਆ ਕਿ ਗੁਰੂ ਸਾਹਿਬ ਜੀ ਕਾਂਗੜਪੁਰ ਆਏ ਨੇ। ਕਾਂਗੜਪੁਰ ਨੇੜੇ ਪਿੰਡਾਂ ਦੀਆਂ ਸੰਗਤਾਂ ਵੀ ਆਈਆਂ। ਦੁਗਧ ਦਹੀਂ ਕ੍ਰਿਤ ਆਦਿ ਗਨ ਉਪਹਾਰਨ ਲਿਆਈ। ਔਰ ਸੇਵਾ ਦੇ ਵਿੱਚ ਕੁਝ ਸਿੱਖ ਸੰਗਤਾਂ ਲੈ ਕੇ ਆਉਂਦੀਆਂ ਸਨ। ਦੁੱਧ ਕੋਈ ਲੈ ਕੇ ਆਇਆ, ਕੋਈ ਦਹੀਂ ਲੈ ਕੇ ਆਇਆ, ਕਿਸੇ ਨੇ ਘਰ ਬਣਾਇਆ ਹੋਇਆ ਜਿਹੜਾ ਘਿਓ ਹੈ ਉਹ ਲਿਆ ਕੇ ਸੇਵਾ ਦੇ ਵਿੱਚ ਹਾਜ਼ਰ ਕੀਤਾ ਹੈ। ਕਈ ਤਰ੍ਹਾਂ ਦੇ ਉਪਹਾਰ ਜਥਾਯੋਗ ਭੇਟਾਂ ਲੈ ਕੇ ਸਿੱਖ ਸੰਗਤਾਂ ਆਈਆਂ। ਚਾਮਰ ਚਾਰ ਮਰਾਰ ਸਮ ਧੁਰ ਤੋਂ ਦੁੱਤ ਪਾਵੈ। ਸਤਿਗੁਰੂ ਜੀ ਦੀਵਾਨ ਸਜਾ ਕੇ ਬੈਠੇ ਹੋਏ ਨੇ। ਸਤਿਗੁਰੂ ਜੀ ਦੇ ਸੀਸ ਦੇ ਉੱਤੇ ਸਿੱਖ ਚੌਰ ਕਰਦੇ ਨੇ। ਖਰੇ ਹਜ਼ਾਰੋ ਜੋਰ ਕਰ ਸਿਰ ਮੁਖ ਦਰਸਾਵੈ। ਹਜ਼ਾਰਾਂ ਦੇ ਗਿਣਤੀ ਵਿੱਚ ਸਿੱਖ ਸੰਗਤਾਂ ਆ ਗਈਆਂ। ਕੋਈ ਬੈਠੇ ਨੇ, ਕੋਈ ਦੂਰ ਹੱਥ ਜੋੜ ਕੇ ਗੁਰੂ ਸਾਹਿਬ ਦੇ ਦੂਰੋਂ ਦਰਸ਼ਨ ਕਰ ਰਹੇ ਨੇ। ਚੰਦ ਮਨੋ ਰਿਤ ਸ਼ਰਦ ਕੋ ਉਡਗਣ ਮਹਿਸੂ ਹੈ। ਕਵੀ ਸੰਤੋਖ ਸਿੰਘ ਜੀ ਨੇ ਇੱਥੇ ਉਦਾਹਰਣ ਦਿੱਤੀ
ਕਿ ਹਜ਼ਾਰਾਂ ਦੇ ਸਿੱਖ ਸੰਗਤਾਂ ਗਿਣਤੀ ਵਿੱਚ ਉੱਥੇ ਆਈਆਂ ਨੇ, ਅਤੇ ਗੁਰੂ ਸਾਹਿਬ ਜੀ ਇਸ ਤਰ੍ਹਾਂ ਲੱਗਦੇ ਨੇ ਕਿ ਜਿਵੇਂ ਸਰਦ ਰੁੱਤ ਹੋਵੇ, ਅਤੇ ਸਰਦ ਰੁੱਤ ਦੇ ਵਿੱਚ ਚੰਦਰਮਾ ਜਿਹੜਾ ਉਹ ਤਾਰਿਆਂ ਦੇ ਵਿੱਚ ਬੜਾ ਸ਼ੋਭ ਰਿਹਾ ਹੋਵੇ। ਗੁਰੂ ਸਾਹਿਬ ਜੀ ਦੀਵਾਨ ਵਿੱਚ ਬੈਠੇ ਹੋਏ ਇਸ ਤਰ੍ਹਾਂ ਸ਼ੋਭ ਰਹੇ ਨੇ। ਸਿੱਖ ਸੰਗਤਾਂ ਤਾਰਿਆਂ ਦੀ ਤਰ੍ਹਾਂ ਚਾਰ ਚੁਫੇਰੇ ਗੁਰੂ ਸਾਹਿਬ ਦੇ ਬੈਠੀਆਂ ਹੋਈਆਂ ਨੇ, ਕੋ ਖੜੀਆਂ ਹੋਈਆਂ ਨੇ। ਐਸੋ ਕੌਣ ਕਠੋਰ ਨਰ ਪਿਖਨਹਿ ਮਨ ਮੋਹੈ। ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਐਸਾ ਕੋਈ ਕਠੋਰ ਤੋਂ ਕਠੋਰ ਵੀ ਬੰਦਾ ਨਹੀਂ ਹੋ ਸਕਦਾ ਕਿ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਿਹਦੇ ਅੰਦਰ ਇਹ ਮੋਹ ਮਮਤਾ ਨਾ ਆਵੇ, ਮੋਹ ਨਾ ਆਵੇ। ਸਾਧੂ ਰੂਪਾ ਪਿਤਾ ਸੁੱਤ ਦੋਨੋਂ ਚਲੇ ਆਏ। ਭਾਈ ਸਾਧੂ ਭਾਈ ਰੂਪਾ ਪਿਓ ਪੁੱਤਾਂ ਨੇ, ਇਹਨਾਂ ਨੇ ਵੀ ਸੁਣਿਆ ਕਿ ਗੁਰੂ ਸਾਹਿਬ ਜੀ ਕਾਂਗੜ ਆ ਗਏ ਨੇ। ਇਹ ਵੀ ਦੋਵੇਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ। ਧਰ ਅਕੋਰੇ ਆਗੇ ਪ੍ਰਭੂ ਪਾਇਨ ਲਪਟਾਏ। ਇਹ ਗੁਰੂ ਕੇ ਬੜੇ ਪਿਆਰੇ ਸਿੱਖ ਨੇ, ਔਰ ਗੁਰੂ ਸਾਹਿਬ ਜੀ ਦੀਆਂ ਬੜੀਆਂ ਬਖਸ਼ਿਸ਼ਾਂ ਨਾਲ ਦੋਵਾਂ ਦੇ ਉੱਤੇ ਨੇ। ਆਪਣੇ ਵੱਲੋਂ ਜਥਾ ਜੋਗ ਭੇਟਾ ਲੈ ਕੇ ਆਏ, ਗੁਰੂ ਸਾਹਿਬ ਦੇ ਚਰਨ ਫੜੇ, ਔਰ ਦੋਵੇਂ ਪਿਓ ਪੁੱਤਰ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਚਰਨ ਫੜ ਕੇ ਨਾਲ ਜਿਵੇਂ ਚਿੰਬੜ ਜਾਂਦੇ ਨੇ। ਸਿਰ ਨਹੀਂ ਚੁੱਕੇ, ਹੱਥ ਚਰਨਾਂ ਦੇ ਵਿੱਚੋਂ ਜਿਹੜੇ ਚਰਨ ਨੇ ਹੱਥਾਂ ਵਿੱਚੋਂ ਛੱਡੇ ਨਹੀਂ। ਕੁਸ਼ਲ ਪ੍ਰਸ਼ਨ ਕਰ ਕੈ ਭਲੇ ਪੇਖਤ ਹਰ ਖਾਨੇ। ਗੁਰੂ ਸਾਹਿਬ ਜੀ ਨੇ ਦੋਵਾਂ ਦੇ ਸੀਸ 'ਤੇ ਹੱਥ ਰੱਖਿਆ, ਉਹਨਾਂ ਨੂੰ ਉੱਠ ਕੇ ਬਿਠਾਇਆ ਹੈ। ਫਿਰ ਸਤਿਗੁਰੂ ਜੀ ਪੁੱਛਦੇ ਨੇ, ਭਾਈ ਦੱਸੋ ਆਨੰਦ ਪ੍ਰਸੰਨ ਨੂੰ? ਰਾਜੀ ਬਾਜੀ ਪੁੱਛੀ, ਬੜੇ ਪ੍ਰਸੰਨ ਹੋਏ। ਸਿੱਖ ਆਪਣੇ ਜਾਣਕਾਰ ਨਿੱਕੇ ਸਨਮਾਨੇ। ਕਿਉਂਕਿ ਜਿੰਨਾ ਸਿੱਖਾਂ ਦੇ ਵਿੱਚ ਪਿਆਰ ਹੈ, ਫਿਰ ਗੁਰੂ ਸਾਹਿਬ ਜੀ ਉਸ ਤਰ੍ਹਾਂ ਦਾ ਸਤਿਕਾਰ ਵੀ ਦਿੰਦੇ ਨੇ, ਉਸ ਤਰ੍ਹਾਂ ਦਾ ਪਿਆਰ ਵੀ ਦਿੰਦੇ ਨੇ। ਭਾਈ ਸਾਧੂ ਅਤੇ ਭਾਈ ਰੂਪੇ ਨੂੰ ਪਿਓ ਪੁੱਤਰਾਂ ਦਾ ਬੜਾ ਸਤਿਕਾਰ ਗੁਰੂ ਸਾਹਿਬ ਜੀ ਨੇ ਕੀਤਾ, ਆਪਣੇ ਨੇੜੇ ਬਿਠਾ ਲਿਆ। ਪ੍ਰਭੂ ਜੀ ਮਾਨਵ ਮਦ ਮਤ ਜਾਣੇ ਨਹਿ ਭੇਵਾ। ਭਾਈ ਸਾਧੂ ਜੀ ਕਹਿੰਦੇ ਨੇ, ਇਹ ਸਤਿਗੁਰੂ ਜੀ ਮਾੜੀ ਮੱਤ ਵਾਲੇ ਲੋਕ ਜਿਹੜੇ ਨੇ ਉਹ ਤੁਹਾਡਾ ਭੇਦ ਨਹੀਂ ਜਾਣਦੇ। ਸਮਤਾ ਚਾਹਤੇ ਆਪਸੋ ਤੁਮ ਦੇਵਣ ਦੇਵਾ। ਜਿਨ੍ਹਾਂ ਦੇ ਕੋਲ ਚਾਰ ਬੰਦੇ ਨੇ, ਚਾਰ ਟਕੇ ਆ ਜਾਂਦੇ ਨੇ, ਉਹ ਤੁਹਾਡੀ ਬਰਾਬਰੀ ਕਰਨਾ ਚਾਹੁੰਦੇ ਨੇ। ਪਰ ਸਤਿਗੁਰੂ ਜੀ ਤੁਸੀਂ ਤੇ ਦੇਵਾਂ ਦੇ ਦੇਵ ਹੋ, ਤੁਸੀਂ ਤੇ ਮੁਨੀਆਂ ਦੇ ਮੁਨੀ ਹੋ। ਨਹੀਂ ਸਾਰਾ ਸਾਰਾ ਹੈ ਸੁਦਾ ਸੁਰਾ ਸਰ ਰਣ ਖੇਤ ਮਝਾਰੇ। ਸਤਿਗੁਰੂ ਜੀ ਰਣ ਖੇਤਰ ਦੇ ਵਿੱਚ ਜੇ ਇੰਦਰ ਤੇ ਉਹਦੇ ਨਾਲ ਦੇ ਦੇਵਤੇ ਵੀ ਆ ਕੇ ਮੁਕਾਬਲਾ ਕਰ ਲੈਣਾ, ਤੁਹਾਡਾ ਮੁਕਾਬਲਾ ਤੂੰ ਵੀ ਨਹੀਂ ਕਰ ਸਕਦੇ, ਤੁਹਾਡੇ ਸਾਹਮਣੇ ਆ ਕੇ ਜਿੱਤੂ ਵੀ ਨਹੀਂ ਸਕਦੇ। ਕੌਣ ਤੁਰਕ ਗਨ ਵਾਪਰੇ ਜੇ ਥਿਰੇ ਅਗਾਰੇ। ਤੇ ਇਹ ਵਿਚਾਰੇ ਤੁਰਕ ਜਾਂ ਇਹ ਆਮ ਭੇਡਾਂ ਜੀਆਂ ਕਿੰਦੀਆਂ ਵਿਚਾਰੀਆਂ ਨੇ ਕਿ ਜਿਹੜਾ ਤੁਹਾਡੇ ਸਾਹਮਣੇ ਆ ਕੇ ਕੁਟਿਕ ਸਕੇ। ਸ੍ਰੀ ਹਰਿ ਗੋਬਿੰਦ ਕਹਿਤ ਭੇ ਹੈ ਨਾਮ ਸੁਹੇਲਾ। ਜਦੋਂ ਭਾਈ ਸਾਧੂ ਨੇ ਭਾਈ ਰੂਪੇ ਨੇ ਇਹ ਬੇਨਤੀ ਕਰਕੇ ਗੁਰੂ ਸਾਹਿਬ ਦੀ ਸਿਫਤ ਕੀਤੀ ਆਪਣੇ ਵੱਲੋਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਭਾਈ ਸਾਧੂ ਭਾਈ ਰੂਪਾ ਜੀ ਕਿ ਜਿਹੜਾ ਸੁਹੇਲਾ ਸਾਡਾ ਘੋੜਾ ਸੀ, ਬੜਾ ਪਿਆਰਾ ਘੋੜਾ ਸੀ, ਜਿਹੜਾ ਭਾਈ ਬਿਧੀ ਚੰਦ ਦੂਸਰੇ ਨੰਬਰ 'ਤੇ ਲੈ ਕੇ ਆਇਆ ਸੀ, ਗੁਲਬਾਗ। ਰਹਿਓ ਜੰਗ ਮਹਿ ਛਤਰਹਤ ਬਹੁ ਬਹੁ ਕਾਵਣ ਮੇਲਾ। ਭਾਈ ਸਾਧੂ ਸਾਡਾ ਉਹ ਸੁਹੇਲਾ ਘੋੜਾ ਮੈਦਾਨ ਵਿੱਚ ਮਾਰਿਆ ਗਿਆ। ਦੁਸ਼ਮਣ ਸਾਡੇ ਤੇ ਵਾਰ ਕਰ ਨਹੀਂ ਸਕਿਆ, ਪਰ ਘੋੜੇ 'ਤੇ ਬੜੇ ਵਾਰ ਕੀਤੇ, ਘੋੜਾ ਮਾਰਿਆ ਗਿਆ ਹੈ। ਸੁਣਤ ਜੋਤ ਕਰ ਜੋਰ ਕਹਿ ਸਨਮੁਖ ਰਣ ਮਾਹੀ। ਇਹ ਸੁਣ ਕੇ ਭਾਈ ਰਾਏ ਜੋਧ ਦੇ ਨਾਲ ਬੈਠੇ ਸਨ। ਰਾਏ ਜੋਧ ਨੇ ਹੱਥ ਜੋੜੇ ਅਤੇ ਹੱਥ ਜੋੜ ਕੇ ਕਹਿੰਦੇ, ਸਤਿਗੁਰੂ ਜੀ ਜੰਗ ਦੇ ਵਿੱਚ, ਮੈਦਾਨ ਦੇ ਵਿੱਚ ਤੁਮਰੇ ਚਰਨ ਸਪਰਸ਼ ਤੇ ਹੋਏ ਪ੍ਰਾਣ ਬਿਨਾਹੀ। ਕਿ ਸੁਹੇਲਾ ਜੇ ਮਾਰਿਆ ਗਿਆ ਤੁਹਾਡੇ ਚਰਨਾਂ ਦੇ ਵਿੱਚ ਮਾਰਿਆ ਗਿਆ ਹੈ, ਤੁਹਾਡੇ ਚਰਨ ਸਪਰਸ਼ ਕਰਕੇ ਮਰਿਆ ਹੈ। ਉਹ ਮਰਿਆ ਨਹੀਂ, ਉਹ ਤੇ ਅਮਰ ਹੋ ਗਿਆ। ਉੱਤਮ ਪਦ ਪ੍ਰਾਪਤ ਭਇਓ ਤਿਨ ਧਨ ਮਹਾਨਾ। ਉਹ ਤੇ ਘੋੜਾ ਵੀ ਧਨ ਹੈ, ਮਹਾਨ ਹੈ ਕਿ ਜਿਹਨੇ ਆਪ ਜੀ ਦੀ ਸਵਾਰੀ ਆਪਣੇ ਪਿੱਠ ਦੇ ਉੱਤੇ ਕਰਾਈ, ਆਪਣੇ ਚਰਨਾਂ ਦੇ ਵਿੱਚ, ਆਪ ਜੀ ਦੇ ਚਰਨਾਂ ਦੇ ਵਿੱਚ ਜਾਣ ਦਿੱਤੀ, ਉੱਤਮ ਪਦਵੀ ਨੂੰ ਪ੍ਰਾਪਤ ਹੋਇਆ ਹੈ। ਬੜੇ ਭਾਗ ਪੂਰਬ ਹੁਤੇ ਨਹਿ ਆਣ ਸਮਾਨਾ। ਅਤੇ ਇਹ ਘੋੜਾ ਵੀ ਜਿਹੜਾ ਆਪ ਜੀ ਦੀ ਸਵਾਰੀ ਬਣਿਆ, ਪਿਛਲੇ ਜਨਮਾਂ ਦੇ ਕਿਤੇ ਵੱਡੇ ਭਾਗ ਹੋਣਗੇ
ਕਿ ਜਿਹੜੇ ਇਸ ਘੋੜੇ ਰੂਪ ਦੇ ਵਿੱਚ ਆ ਕੇ ਜਾਗੇ ਤੇ ਆਪ ਜੀ ਦੇ ਚਰਨਾਂ ਵਿੱਚ ਆਇਆ। ਬਿਧੀ ਚੰਦ ਸੁਣ ਕੇ ਕਹਿਓ ਬਿਸ਼ਰਨ ਦੁੱਖ ਭਾਰੀ। ਇਹ ਸੁਣ ਕੇ ਭਾਈ ਬਿਧੀ ਚੰਦ ਵੀ ਬੋਲੇ, ਕਹਿੰਦੇ ਸਤਿਗੁਰੂ ਜੀ ਤੁਸੀਂ ਧੰਨ ਹੋ। ਭਾਈ ਸਾਧੂ ਦੇ ਭਾਈ ਰੂਪੇ ਨੂੰ ਭਾਈ ਬਿਧੀ ਚੰਦ ਸੁਣਾਉਂਦੇ ਨੇ ਕਿ ਸੁਹੇਲਾ ਘੋੜਾ ਮਰਨ ਤੋਂ ਬਾਅਦ ਜਿਹੜਾ ਨਾਲ ਦਾ ਦੂਸਰਾ ਘੋੜਾ ਜਾਣ ਪਾਈ ਉਹ ਬੜਾ ਦੁਖੀ ਹੋਇਆ ਸੀ। ਰਾਵਰ ਬਾਕਣ ਤੇ ਮਿਟਿਓ ਸ਼ਾਂਤੀ ਮਨ ਧਾਰੇ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਜਾਣ ਭਾਈ ਘੋੜੇ ਨੂੰ ਸਮਝਾਇਆ ਕਿ ਸਰੀਰ ਤੇ ਆਉਣੇ ਜਾਣੇ ਨੇ, ਭਾਈ ਜੇ ਕਿ ਚਲਾ ਗਿਆ ਤਾਂ ਉਹਦੇ ਨਾਲ ਸਰੀਰ ਥੋੜ੍ਹੀ ਛੱਡ ਜਾਣਾ, ਇਹ ਦੁਨੀਆ ਤੇ ਇਸੇ ਤਰ੍ਹਾਂ ਦੀ ਹੈ। ਉਹਨੇ ਜਾਣਾ ਸੀ, ਚਲਾ ਗਿਆ। ਔਰ ਗੁਰੂ ਸਾਹਿਬ ਜੀ ਦੇ ਬਚਨ ਉਸ ਘੋੜੇ ਨੇ ਇਸ ਤਰ੍ਹਾਂ ਮੰਨੇ ਜਿਵੇਂ ਬੰਦਾ ਵੀ ਨਹੀਂ ਮੰਨ ਸਕਦਾ। ਜਿਹੜਾ ਕੁਝ ਖਾਂਦਾ ਪੀਂਦਾ ਹੀ ਨਹੀਂ ਸੀ, ਜਿਹੜਾ ਕਿਤੇ ਜੀ ਨਹੀਂ ਸੀ ਲਾਉਂਦਾ, ਉਹ ਖਾਣ ਪੀਣ ਲੱਗ ਗਿਆ, ਉਹ ਠੀਕ ਠਾਕ ਹੋ ਗਿਆ ਹੈ। ਜੇਕਰ ਹੋ ਤੋ ਅਪਰ ਢਿੱਗ ਇੱਕ ਕੇ ਮਰ ਜਾਣੇ। ਭਾਈ ਬਿਧੀ ਚੰਦ ਕਹਿੰਦਾ ਕਿ ਭਾਈ ਸਾਧੂ ਜੀ ਇਹ ਗੱਲ ਪੱਕੀ, ਜੇ ਇਹ ਘੋੜਾ ਕਿਸੇ ਹੋਰ ਕੋਲ ਹੁੰਦਾ ਨਾ, ਇੱਕ ਤਾਂ ਮੈਦਾਨ 'ਚ ਮਾਰਿਆ ਗਿਆ ਸੀ, ਦੋਨੋਂ ਮਰਤੇ ਰਹਿਤ ਨ ਹੈ ਇਸ ਪ੍ਰੇਮ ਮਹਾਨੇ। ਇਹਨਾਂ ਦੋਵਾਂ ਘੋੜਿਆਂ ਦੇ ਵਿੱਚ ਪ੍ਰੇਮ ਹੀ ਇੰਨਾ ਸੀ। ਦੂਸਰੇ ਨੇ ਉਹਦੇ ਵਿਜੋਗ ਦੇ ਵਿੱਚ ਵਿਛੋੜੇ ਵਿੱਚ ਹੀ ਮਰ ਜਾਣਾ ਸੀ। ਇਹ ਤਾਂ ਸਤਿਗੁਰੂ ਜੀ ਨੇ, ਜਿਨ੍ਹਾਂ ਕਰਕੇ ਇਹ ਦੂਸਰਾ ਘੋੜਾ ਬਚਿਆ ਹੀ ਨਹੀਂ ਇਕੱਲਾ, ਚੰਗਾ ਰਾਜੀ ਬਾਜੀ ਹੋਰ ਚਿੱਤ ਲਾ ਕੇ ਖੁਸ਼ ਹੈ, ਪ੍ਰਸੰਨ ਹੈ, ਹੁਣ ਸਾਰਾ ਕੁਝ ਖਾਂਦਾ ਪੀਂਦਾ ਵੀ ਹੈ। ਜਾਤੇ ਮਲਕ ਬਖਾਨ ਤੋਂ ਇਮ ਸਭ ਨਹਿ ਅੰਨਾ। ਇਹਨੇ ਨੂੰ ਭਾਈ ਜਾਤੀ ਮਲਕ ਵੀ ਹੱਥ ਜੋੜ ਕੇ ਕਹਿੰਦਾ ਹੈ। ਭਾਈ ਸਾਧੂ ਤੇ ਰੂਪੇ ਵੱਲ ਮੂੰਹ ਕੀਤਾ ਹੋਇਆ ਨਿਗਾਹ ਕਰਕੇ ਕਹਿੰਦੇ ਨੇ, ਭਾਈ ਸਾਧੂ ਇਹ ਗੱਲ ਪੱਕੀ ਕਿ ਇਹਨਾਂ ਵਰਗਾ ਤਿੰਨਾਂ ਲੋਕਾਂ ਦੇ ਵਿੱਚ ਹੋਰ ਕੋਈ ਨਹੀਂ। ਗੁਰੂ ਦੇ ਸਮਾਨ, ਗੁਰੂ ਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਹੁਤੋ ਉਚਿਤ ਇਹ ਆਪ ਕੇ ਤੁਮ ਮਹਿਤ ਮਹਾਨਾ। ਭਾਈ ਜਾਤੀ ਮਲਕ ਨੇ ਫਿਰ ਮੂੰਹ ਗੁਰੂ ਸਾਹਿਬ ਜੀ ਵਾਲੇ ਕੀਤੇ ਤੇ ਹੱਥ ਜੋੜੇ ਹੋਏ ਨੇ। ਸਤਿਗੁਰੂ ਜੀ ਇਹ ਘੋੜਾ ਹੈ ਹੀ ਆਪ ਜੀ ਦੇ ਲਾਇਕ ਸੀ, ਤਾਂ ਹੀ ਤਾਂ ਕੋਈ ਦੂਜਾ ਸਵਾਰੀ ਨਹੀਂ ਕਰ ਸਕਿਆ। ਦੇਖੋ ਉਹ ਜਿਹੜਾ ਸੀ ਘੋੜਾ ਲੈ ਕੇ ਵੀ ਆਇਆ, ਪਰ ਇਸ ਘੋੜੇ ਦੀ ਸਵਾਰੀ ਨਹੀਂ ਕਰ ਸਕਿਆ ਸ਼ਾਹਜਹਾਂ। ਇਹ ਹੈ ਹੀ ਆਪ ਜੀ ਦੇ ਲਾਇਕ ਸੀ। ਇਤਿਆਦਿਕ ਰਨ ਵਾਰਤਾ ਮਾਰਨ ਤੁਰਕਾਂ ਨੇ। ਇਤਿਆਦਿਕ ਜੰਗ ਦੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਕਿ ਜਿਵੇਂ ਤੁਰਕਾਂ ਨੂੰ ਮਾਰਿਆ, ਦੁਸ਼ਟਾਂ ਨੂੰ ਮਾਰਿਆ। ਕਹਿਤ ਸੁਣਤ ਬੀਤੇ ਜਥਾ ਸੁਣ ਸੁਣ ਬਿਸਮਾਨੇ। ਜੋ ਕੁਛ ਜੰਗ ਦੇ ਵਿੱਚ ਹੋਇਆ, ਜੋ ਕੁਛ ਬੀਤਿਆ, ਇਹ ਸਾਰਾ ਕੁਛ ਕਹਿ ਕੇ ਸੁਣ ਕੇ ਕਹਿੰਦੇ ਨੇ, ਸੁਣਦੇ ਨੇ ਔਰ ਸੁਣਨ ਵਾਲੇ ਬੜੇ ਹੈਰਾਨ ਹੁੰਦੇ ਨੇ। ਇਸੇ ਰੇਤ ਤ੍ਰੈ ਜਾਮਣੀ ਗੁਰ ਤਹਾਂ ਬਿਤਾਈ। ਇਸੇ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਕਾਂਗੜਪੁਰ ਨਗਰ ਦੇ ਵਿੱਚ 3 ਰਾਤਾਂ ਬਤੀਤ ਕੀਤੀਆਂ। ਚੌਥੇ ਦਿਨ ਤਹਿ ਤੇ ਚੜੇ ਬੜ ਧੁੰਦ ਬਵਾਈ। ਚੌਥੇ ਦਿਨ ਦਾ ਜਦੋਂ ਚੜ੍ਹਾ ਚੜਿਆ, ਗੁਰੂ ਸਾਹਿਬ ਜੀ ਨੇ ਕੂਚ ਦੇ ਨਗਾਰੇ ਵਜਾਏ, ਫਿਰ ਤਿਆਰੀ ਦੇ ਨਗਾਰੇ ਕੀਤੇ। ਹੁਣ ਇੱਥੋਂ ਚਾਲੇ ਪਾਉਣੇ ਨੇ। ਹਿਤ ਅਖੇਰ ਕੇ ਗਮਨ ਕੀਆ ਗਣ ਚੰਮੂ ਪਿਆਨੀ। ਸਤਿਗੁਰੂ ਜੀ ਹੁਣ ਮਨ ਬਣਾਇਆ ਕਿ ਅੱਜ ਕੁਝ ਸ਼ਿਕਾਰ ਖੇਡਣਾ ਹੈ। ਸਾਰੀ ਸੈਨਾ ਗੁਰੂ ਸਾਹਿਬ ਦੇ ਨਾਲ ਪਿੱਛੇ ਪਿੱਛੇ ਚੱਲ ਪਈ। ਸੰਗ ਜੋਤ ਚੜ੍ਹ ਕਰ ਚੱਲਿਓ ਹਿਤ ਸੇਵ ਮਹਾਨੀ। ਰਾਏ ਜੋਤ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰਹਿ ਕੇ ਹੋਰ ਸੇਵਾ ਕਰਨਾ ਚਾਹੁੰਦਾ, ਉਹ ਰਾਏ ਜੋਤ ਵੀ ਗੁਰੂ ਸਾਹਿਬ ਜੀ ਦੇ ਨਾਲ ਹੀ ਚੱਲ ਪਿਆ ਹੈ। ਕਿਤਕ ਕੌਂਸਲੋ ਚੱਲ ਗਏ ਫਿਰ ਕਰ ਮਨ ਭਾਇਓ। ਕਹਿੰਦੇ ਚੱਲਦੇ ਚੱਲਦੇ ਕਈ ਕੁ ਅੱਗੇ ਲੰਘੇ। ਜਿੰਨਾ ਸਤਿਗੁਰੂ ਜੀ ਨੂੰ ਪਾਇਆ ਉਹਨਾਂ ਸਫ਼ਰ ਵੀ ਕੀਤਾ, ਸ਼ਿਕਾਰ ਵੀ ਖੇਡਿਆ। ਡੇਰਾ ਕੇਨਸ ਤਿਸੇ ਥਲ ਪਿਕ ਥਾਨ ਸੁਹਾਇਓ। ਸ਼ਾਮ ਦੇ ਤੀਜੇ ਪੈਰ ਗੁਰੂ ਸਾਹਿਬ ਜੀ ਨੇ ਦੇਖਿਆ ਸੋਹਣੀ ਥਾਂ, ਖੁੱਲ੍ਹੀ ਥਾਂ, ਜਲ ਹੈ। ਗੁਰੂ ਸਾਹਿਬ ਜੀ ਨੇ ਉੱਥੇ ਡੇਰਾ ਲਵਾ ਲਿਆ ਕਿ ਅੱਜ ਇੱਥੇ ਡੇਰਾ ਲਾਓ। ਉਤਰ ਤਰੰਗ ਤੇ ਖਰੇ ਹੋਏ ਕਿਛ ਭੱਟ ਟਿਗੇ ਆਏ। ਸਤਿਗੁਰੂ ਜੀ ਘੋੜੇ ਤੋਂ ਉਤਰ ਕੇ ਖੜੇ ਹੋਏ। ਕੁਝ ਸੇਵਕ ਸੈਨਿਕ ਗੁਰੂ ਸਾਹਿਬ ਜੀ ਦੇ ਨੇੜੇ ਆਏ। ਜਦੋਂ ਜੋ ਦਰਾਏ ਸੋ ਬਾਤ ਕਹੇ ਸਿਰ ਮੁਖ ਬਿਕਸਾਏ। ਸਤਿਗੁਰੂ ਜੀ ਰਾਏ ਜੋਧ ਨਾਲ ਬਚਨ ਕਰਦੇ ਹੋਏ ਮੁਸਕਰਾਉਂਦੇ ਨੇ ਉੱਥੇ ਕਿ ਹੁਣ ਸਤਿਗੁਰੂ ਜੀ ਜਾਣਦੇ ਨੇ ਇੱਥੇ ਕਿਉਂ ਆਏ ਨੇ, ਇੱਥੇ ਆਉਣ ਦਾ ਕਾਰਨ ਕੀ ਹੈ। ਸਤਿਗੁਰੂ ਜੀ ਨਾਲੇ ਮੁਸਕਰਾਏ ਨੇ, ਨਾਲੇ ਇੱਕ ਪਾਸੇ ਨੂੰ ਵੇਖ ਰਹੇ ਨੇ।
ਇੱਕ ਅਜਗਰ ਭਾਰੀ ਮਹਾ ਨਿਕਸਿਓ ਮੁਖ ਬਾਏ, ਕਿ ਜਿੱਧਰ ਗੁਰੂ ਸਾਹਿਬ ਜੀ ਨੂੰ ਵੇਖਦੇ ਨੇ, ਰਾਏ ਜੋਧ ਨੇ ਦੇਖਿਆ, ਸੈਨਿਕਾਂ ਨੇ ਦੇਖਿਆ ਇੱਕ ਵੱਡਾ ਅਜਗਰ ਮੂੰਹ ਖੋਲ੍ਹਿਆ ਹੋਇਆ ਹੈ। ਔਰ ਅਜਗਰ ਆਪ ਜੀ ਜਾਣਦੇ ਹੋ ਆਮ ਸੱਪ ਵਰਗਾ ਨਹੀਂ ਹੁੰਦਾ। ਅਜਗਰ ਉਹ ਕਿ ਜਿਹੜਾ ਪੂਰੇ ਦੇ ਪੂਰੇ ਬੰਦੇ ਨੂੰ ਮੂੰਹ 'ਚ ਪਾ ਕੇ ਹਜਮ ਕਰ ਜਾਂਦਾ, ਇੱਥੋਂ ਤੱਕ ਕਿ ਵੱਡੇ ਵੱਡੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਵੀ ਖਾ ਜਾਂਦਾ ਹੈ। ਇਹਨੇ ਮੂੰਹ ਖੋਲ੍ਹਿਆ ਹੋਇਆ ਅਜਗਰ ਉਸ ਪਾਸੋਂ ਨਿਕਲਿਆ। ਦਾਰੁਣ ਦਿਰਗ ਦੁਖੀ ਬਹੁ ਗਮਨਤ ਫੁੰਕਰਾਏ, ਪਰ ਇਹ ਚੱਲਦਾ ਹੌਲੀ ਹੌਲੀ ਦੁਖੀ ਲੱਗਦਾ ਹੈ। ਫੁਨਕਾਰੇ ਮਾਰਦਾ, ਚੱਲਣਾ ਚਾਹੁੰਦਾ ਪਰ ਚੱਲਿਆ ਨਹੀਂ ਜਾਂਦਾ। ਸਨਮੁਖ ਆਵਤ ਗੁਰੂ ਕੇ ਗਤ ਬਕਰ ਕਰੰਤਾ, ਇਹ ਗੁਰੂ ਸਾਹਿਬ ਦੇ ਸਾਹਮਣੇ ਵੱਲ ਆਇਆ ਪਰ ਚੱਲਦਾ ਹੌਲੀ ਹੌਲੀ ਹੈ, ਚੱਲਦਾ ਬਿਲਕੁਲ ਹੌਲੀ ਹੌਲੀ ਹੈ। ਕਿ ਨੇਠ ਨੇਠ ਇਹ ਚਲਤ ਹੈ ਚਿਤ ਮ੍ਰਿਤੂ ਚਹੰਤਾ, ਹੌਲੀ ਹੌਲੀ ਚੱਲਦਾ ਹੈ ਕਿ ਜਿਵੇਂ ਇਹ ਸੱਪ ਚਾਹੁੰਦਾ ਹੋਵੇ ਹੁਣ ਮੈਂ ਮਰ ਜਾਵਾਂ। ਵੇਖਣ ਦੇ ਵਿੱਚ ਲੱਗਦਾ ਕਿ ਸੱਪ ਬੜਾ ਦੁਖੀ ਹੈ, ਮਰਨਾ ਹੀ ਚਾਹੁੰਦਾ, ਮੌਤ ਆਉਂਦੀ ਨਹੀਂ। ਪਟ ਦੌਰੇ ਤੇ ਬਰਜਬੇ ਕੋ ਚਹਿਤ ਪ੍ਰਹਾਰਾ, ਜਦੋਂ ਸੂਰਮਿਆਂ ਨੇ ਦੇਖਿਆ, ਸੈਨਿਕਾਂ ਨੇ ਦੇਖਿਆ ਐਡਾ ਵੱਡਾ ਅਜਗਰ, ਕਿਰਪਾਨਾਂ ਕੱਢੀਆਂ, ਕਿਸੇ ਨੇ ਨੇਜੇ ਕੱਢੇ, ਦੌੜ ਕੇ ਆਏ ਕਿ ਇਹਨੂੰ ਮਾਰੀਏ। ਕਿਉਂਕਿ ਅਜਗਰ ਨਿਕਲੇ ਤੇ ਸੁਭਾਵਿਕ ਆਮ ਵੇਖ ਕੇ ਫਿਰ ਡਰ ਹੀ ਜਾਂਦੇ ਨੇ। ਔਰ ਦੇਖੋ ਜੇ ਕਿਤੇ ਇੱਥੇ ਚੂਹੀ ਵੀ ਆ ਜਾਏ ਨਾ, ਫਿਰ ਛਾਲਾਂ ਵੱਜਦੀਆਂ ਨੇ, ਲੋਕ ਤੇ ਚੂਹੀ ਤੋਂ ਡਰ ਜਾਂਦੇ ਨੇ। ਉਦੋਂ ਵੱਡਾ ਸਾਰਾ ਸੱਪ ਸੀ ਅਜਗਰ, ਪਰ ਗੁਰੂ ਸਾਹਿਬ ਜੀ ਨੇ ਸੈਨਿਕਾਂ ਨੂੰ ਵਰਜ ਦਿੱਤਾ, ਰੋਕ ਦਿੱਤਾ ਵੀ ਮਾਰਿਓ ਨਾ। ਸਤਿਗੁਰ ਕਿਰਪਾ ਨਿਧਾਰਨ ਤਬ ਬਚ ਉੱਚ ਉਚਾਰਾ, ਗੁਰੂ ਸਾਹਿਬ ਜੀ ਨੇ ਕਿਰਪਾ ਦੇ ਘਰ ਵਿੱਚ ਉੱਚੀ ਆਵਾਜ਼ ਵਿੱਚ ਆ ਕੇ ਸਿੱਖਾਂ ਨੂੰ ਕਿਹਾ, ਭਾਈ ਸਿੱਖੋ ਰੁਕ ਜਾਓ, ਇਹਨੂੰ ਮਾਰਿਓ ਨਾ। ਹਟ ਕੋਹ ਨਹਿ ਪਰ ਹਾਰੀਐ ਆਵਣ ਇਤ ਦੀਜੈ, ਸਤਿਗੁਰੂ ਕਹਿੰਦਾ ਹਟ ਜਾਓ ਭਾਈ, ਨਾ ਮਾਰਿਓ, ਆਉਣ ਦਿਓ। ਸਾਡੇ ਵੱਲ ਆਉਂਦਾ ਤੇ ਆਉਣ ਦਿਓ, ਇੱਧਰ ਹੀ ਆ ਰਿਹਾ ਨਾ। ਇਹ ਸੱਪ ਨੇ ਜਿਵੇਂ ਫਿਰ ਗੁਰੂ ਸਾਹਿਬ ਜੀ ਦੇ ਕੋਲ ਆਉਣਾ ਹੈ, ਗੁਰੂ ਸਾਹਿਬ ਜੀ ਨੇ ਜਿਵੇਂ ਸੱਪ ਦਾ ਉਧਾਰ ਕਰਨਾ ਹੈ। ਇਹ ਸੱਪ ਕੌਣ ਸੀ, ਇਹ ਗੁਰੂ ਸਾਹਿਬ ਜੀ ਨੇ ਸਾਰਾ ਕੁਛ ਦੱਸਣਾ ਹੈ। ਇਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਸਾਂਝਾ ਕਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ, ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਨੂੰ ਕਰੀਏ ਪਵਿੱਤਰ ਜੀ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ